ਕੀਆਂ ਕਥਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਪ ਹਮਾਰਾ ਸਦ ਚਰੰਜੀਵੀ ਭਾਈ ਹਮਾਰੇ ਸਦ ਹੀ ਜੀਵੀ। ਮੀਤ ਹਮਾਰੇ ਸਦਾ ਅਬਿਨਾਸ਼ੀ। ਕੁਟੰਬ ਹਮਾਰਾ ਨਿਜ ਘਰ ਵਾਸੀ। ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ। ਮਤ ਹਰ ਪੂਛੈ ਕੌਣ ਹੈ, ਪਰਾ ਹਮਾਰੇ ਬਾਰ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਦਾ ਸਦਕਾ ਔਰ ਆਪ ਸੰਗਤ ਜੀ ਦੀਆਂ ਅਸੀਸਾਂ ਦੇ ਨਾਲ ਜੋ ਆਪਾਂ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਔਰ ਮਾਤਾ ਗੁਜਰ ਕੌਰ ਜੀ ਹੋਣਾ ਦੇ ਪਾਵਨ ਪਵਿੱਤਰ ਸ਼ਹੀਦੀ ਇਤਿਹਾਸ ਨੂੰ ਸਾਂਝਾ ਕਰ ਰਹੇ ਹਾਂ। ਤੋ ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹੱਕ ਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਹੁਣ ਤੱਕ ਇੱਥੋਂ ਤੱਕ ਇਤਿਹਾਸ ਸਾਂਝਾ ਕੀਤਾ ਕਿ ਦੋਨੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਹੋਣਾ ਨੂੰ ਸਰਹੰਦ ਦੀ ਧਰਤੀ ਤੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਬਾਬਾ ਮੋਤੀ ਰਾਮ ਮਹਿਰਾ ਘਰ ਆਇਆ ਜੋ ਉਸ ਵਕਤ, ਕਿਉਂਕਿ ਉੱਥੇ ਇਸਲਾਮ ਧਰਮ ਤੋਂ ਬਾਹਰੇ ਜਿਹੜੇ ਕੈਦੀ ਆਉਂਦੇ ਉਹਨਾਂ ਨੂੰ ਰੋਟੀ ਖਵਾਉਣ ਦਾ ਲਾਂਗਰੀ ਦੇ ਤੌਰ 'ਤੇ ਕਾਰਜ ਕਰਦਾ ਸੀ, ਪਰ ਉਹਨੂੰ ਆਖਿਆ ਗਿਆ ਕਿ ਉਹਨਾਂ ਨੂੰ ਰੋਟੀ ਨਹੀਂ ਦੇਣੀ। ਘਰ ਆਇਆ, ਮਾਂ ਨੇ ਪ੍ਰਸ਼ਾਦਾ ਪਾ ਕੇ ਰੱਖਿਆ ਥਾਲ ਵਿੱਚ ਔਰ ਉਹ ਦੂਸਰੀ ਰੋਟੀ ਲੈਣ ਗਈ, ਲੇਕਿਨ ਅਜੇ ਮੋਤੀ ਰਾਮ ਮਹਿਰੇ ਨੇ ਪਹਿਲੀ ਰੋਟੀ ਦੇ ਨਾਲੋਂ ਵੀ ਕੋਈ ਬੁਰਕੀ ਨਹੀਂ ਤੋੜੀ। ਮਾਂ ਰੋਟੀ ਲੈ ਕੇ, ਮੋਤੀ ਤੂੰ ਅਜੇ ਪਹਿਲੀ ਰੋਟੀ ਨਾਲੋਂ ਵੀ ਇੱਕ ਬੁਰਕੀ ਨਹੀਂ ਤੋੜੀ, ਕੀ ਗੱਲ ਹੈ? ਖਾ ਮੇਰਾ ਪੁੱਤਰ ਪ੍ਰਸ਼ਾਦਾ ਛਕ ਜਿਵੇਂ ਮਾਵਾਂ ਕਰਦੀਆਂ। ਇੱਕ ਨਵਾਲਾ ਮਾਂ ਦੇ ਕਹਿਣ 'ਤੇ ਜ਼ੋਰੋ ਜ਼ੋਰੀ ਤੋੜਿਆ, ਲੇਕਿਨ ਇੱਥੋਂ ਤੱਕ ਲੈ ਕੇ ਗਿਆ, ਮੂੰਹ ਵਿੱਚ ਨਹੀਂ ਪਾ ਸਕਿਆ। ਆਖਿਆ ਨਹੀਂ ਮਾਂ, ਉਹ ਭੁੱਖੇ ਬੈਠੇ ਨੇ ਤੇ ਮੈਂ ਰੱਜ ਕੇ ਸੌਂ ਜਾਵਾਂ, ਇਹ ਨਹੀਂ ਹੋ ਸਕਦਾ, ਮੇਰੇ ਤੋਂ ਨਹੀਂ ਖਾਧੀ ਜਾਂਦੀ। ਆਖਿਆ ਕੌਣ? ਕਹਿੰਦੇ ਗੁਰੂ ਕੇ ਦੋਨੋਂ ਛੋਟੇ ਲਾਲ ਤੇ ਮਾਤਾ ਗੁਜਰ ਕੌਰ ਠੰਡੇ ਬੁਰਜ ਵਿੱਚ ਕੈਦ ਨੇ। ਤੇ ਮਾਂ ਨੇ ਆਖਿਆ, ਕਹਿੰਦੇ ਮੋਤੀ ਤੂੰ ਜਾਣਦਾ ਹੈ ਔਰੰਗਜ਼ੇਬ ਕਿਵੇਂ ਦਾ, ਤੇ ਉੱਤੋਂ ਇਹ ਸੂਬਾ ਸਰਹੰਦ ਵਜੀਦ ਖਾਂ ਕਿੱਡੇ ਮੁਤਸਬੀ ਨੇ, ਆਪਾਂ ਕਰ ਵੀ ਕੀ ਸਕਦੇ ਹਾਂ? ਉਹਨੇ ਆਖਿਆ ਨਹੀਂ ਮੈਂ ਕਰਾਂਗਾ, ਜਿੰਨੇ ਜੋਗਾ ਹਾਂ ਮੈਂ ਕਰਾਂਗਾ, ਤੁਸੀਂ ਦੁੱਧ ਗਰਮ ਕਰੋ। ਉਹਨਾਂ ਦੇ ਵਿੱਚ ਨੌਕਰੀ ਕਰਦਾ ਸੀ, ਜਿਸ ਵੀ ਡਿਪਾਰਟਮੈਂਟ ਵਿੱਚ ਤੁਸੀਂ ਨੌਕਰੀ ਕਰਦੇ ਹੋ ਉਹਨਾਂ ਨੂੰ ਸੌਖਾ ਸਮਝ ਲੈਣਾ। ਸਾਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੰਨਾ ਕੁ ਇਮਾਨਦਾਰ ਹੈ ਤੇ ਕਿਹੜਾ ਬੰਦਾ ਕਿੰਨਾ ਕੁ ਲਾਲਚੀ ਹੈ, ਕੀ ਕਰ ਸਕਦਾ। ਉਹਨੂੰ ਹੁਣ ਪਤਾ, ਉਹਨਾਂ ਵਿੱਚ ਰਹਿੰਦਾ ਸੀ, ਪਤਾ ਵੀ ਮਾਇਆ ਦੇ ਪੈਸੇ ਮਗਰ ਕਿਵੇਂ ਮਰ ਜਾਂਦੇ ਆ। ਉਹਨੇ ਆਖਿਆ ਜੋ ਵੀ ਮੇਰਾ ਹੁਣ ਆਪਣੇ ਧਨ ਪਦਾਰਥ ਹੈ ਨਾ ਜੋੜਿਆ, ਜਿੰਨਾ ਕੁ ਸੀ ਕਹਿੰਦੇ ਸਾਰਾ ਲਿਆ। ਦੁੱਧ ਗਰਮ ਕਰਾ ਕੇ ਲੈ ਗਿਆ, ਪਹਿਰੇਦਾਰਾਂ ਨੂੰ ਦੇ ਕੇ ਲਾਲਚ ਇਤਿਆਦਿ ਕੋ। ਆਖਿਆ ਸਾਹਮਣੇ ਪੌੜੀਆਂ ਵੱਲੋਂ ਨਾ ਜਾਈ, ਕਮੰਦ ਪਾ ਕੇ ਪਿੱਛੋਂ ਦੀ ਚੜ੍ਹਿਆ।
ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਆਖਿਆ ਮਾਤਾ ਮੈਂ ਮੋਤੀ ਰਾਮ ਮਹਿਰਾ ਜਿੰਨੇ ਕੁ ਜੋਗਾ ਹਾਂ ਹਾਜ਼ਰ ਹੋਇਆ ਆ, ਆ ਲਓ ਤੁਸੀਂ ਵੀ ਛਕੋ ਤੇ ਲਾਲਾ ਨੂੰ ਵੀ ਦੁੱਧ ਛਕਾਓ। ਦੁੱਧ ਛਕਾਇਆ, ਆਖਿਆ ਮਾਂ ਜਿੰਨੇ ਚਿਰ ਇੱਥੇ ਹੋ ਜਿੰਨੇ ਜੋਗਾ ਹਾਂ ਸੇਵਾ ਵਿੱਚ ਹਾਜ਼ਰ ਰਵਾਂਗਾ। ਦੁੱਧ ਛਕਾ ਕੇ ਚਲਾ ਗਿਆ, ਅਸੀਸਾਂ ਲੈ ਕੇ ਗਿਆ। ਅਗਲੇ ਦਿਨ ਦੀ ਸਵੇਰ ਹੋਈ ਆ, ਕਚਹਿਰੀ ਵਿੱਚ ਸਾਹਿਬਜ਼ਾਦਿਆਂ ਦੀ ਪੇਸ਼ੀ। ਮਾਤਾ ਜੀ ਤੋਂ ਅੱਜ ਜਿਉਂ ਆਨੰਦਪੁਰ ਸਾਹਿਬ ਤੋਂ ਤੁਰੇ ਆ, ਪਹਿਲੀ ਵਾਰ ਸਾਹਿਬਜ਼ਾਦੇ ਅਲੱਗ ਹੋਣ ਲੱਗੇ ਆ। ਮਾਤਾ ਜੀ ਨੇ ਬੜੀਆਂ ਸਿੱਖਿਆਵਾਂ ਦੇਖ ਕੇ ਤੋਰਿਆ। ਅੱਗੋਂ ਉਹਨਾਂ ਨੇ ਆਪਣੇ ਵੱਲੋਂ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟੀ ਖਿੜਕੀ ਖੋਲ੍ਹੀ, ਔਰ ਉਹਦੇ ਵਿੱਚੋਂ ਲੰਘਣ ਦਾ ਸੁਭਾਵਿਕ ਤਰੀਕਾ ਇਹੋ ਹੀ ਆ ਵੀ ਬੰਦਾ ਪਹਿਲਾਂ ਸਿਰ ਕੱਢਦਾ, ਅਗਲੇ ਪਾਸੇ ਨੂੰ ਇਸ ਤਰ੍ਹਾਂ ਨਿਵਾ ਕੇ ਕੋਈ 2-3 ਫੁੱਟ ਉੱਚਾ, ਤੇ ਉੱਪਰੋਂ ਵੀ ਥੋੜ੍ਹੀ ਜਿਹੀ ਖਿੜਕੀ ਪਹਿਲਾਂ ਪੁਰਾਣੇ ਦਰਵਾਜ਼ਿਆਂ ਨੂੰ ਲੱਗੀ ਹੁੰਦੀ ਸੀ। ਅੱਜ ਵੀ ਤੁਸੀਂ ਜੇਲ੍ਹ ਇਤਿਆਦਿਕ ਦੇ ਵਿੱਚ ਕਿਸੇ ਕੈਦੀ ਦੀ ਜਦੋਂ ਮੁਲਾਕਾਤ ਕਰਨ ਵਾਸਤੇ ਜਾਓ ਤੇ ਉੱਥੇ ਵੀ ਵੱਡਾ ਦਰਵਾਜ਼ਾ ਜਿਹਨਾਂ ਨੂੰ ਅੰਦਰ ਲਿਜਾ ਕੇ ਮਿਲਾ ਦਿੰਦੇ, ਉਹ ਇਸੇ ਤਰ੍ਹਾਂ ਹੀ ਖਿੜਕੀ ਖੁੱਲ੍ਹਦੀ ਅੱਜ ਵੀ ਇਸੇ ਤਰੀਕੇ ਨਾਲ ਹੀ ਹੈ ਵੀ ਸਿੱਧਾ ਬੰਦਾ ਨਹੀਂ ਲੰਘ ਸਕਦਾ, ਝੁੱਕ ਕੇ ਲੰਘਣਾ ਪੈਂਦਾ। ਉਹ ਹੁਣ ਖੋਲ੍ਹੀ ਵੀ ਇਹ ਸੀਸ ਝੁਕਾਉਣਗੇ, ਅੰਦਰ ਆਉਣਗੇ, ਅਸੀਂ ਤਾੜੀਆਂ ਮਾਰ ਕੇ ਕਵਾਂਗੇ ਲਓ ਜੀ ਸੂਬੇ ਦੇ ਸਾਹਮਣੇ ਗੁਰੂ ਕੇ ਲਾਲਾ ਨੇ ਸਲਾਮ ਕਰ ਦਿੱਤੀ। ਪਰ ਉਹ ਗੁਰੂ ਕੇ ਲਾਲ ਸਨ, ਉਹਨਾਂ ਨੂੰ ਕੌਣ ਭਰਮਾ ਸਕਦਾ। ਰਾਹ ਵਿੱਚ ਸਿਪਾਹੀ ਵੀ ਸਮਝਾਉਂਦੇ ਗਏ ਬਈ ਇਹ ਸੂਬੇ ਦਾ ਦਰਬਾਰ ਆ, ਕਚਹਿਰੀ ਆ, ਜਾ ਕੇ ਝੁੱਕ ਕੇ ਸਲਾਮ ਕਰਿਓ, ਨਿਮ ਜਾਇਓ, ਸੂਬੇ ਨੂੰ ਤਰਸ ਆ ਜਾਏਗਾ, ਤੁਹਾਡੀ ਜਾਨ ਬਖਸ਼ੀ ਹੋ ਜਾਏਗੀ, ਐਸਾ ਕੁਝ ਹੈ। ਸਾਹਿਬਜ਼ਾਦੇ ਕੁਝ ਨਹੀਂ ਬੋਲੇ। ਪਰ ਜਦੋਂ ਕਚਹਿਰੀ ਦੇ ਅੰਦਰ ਗਏ, ਖਿੜਕੀ ਖੁੱਲ੍ਹੀ ਹੈ, ਸਾਰੇ ਤਿਆਰ ਸਨ ਵੀ ਤਾੜੀਆਂ ਮਾਰਾਂਗੇ, ਲੇਕਿਨ ਉਹਨਾਂ ਨੇ ਆਪਣੀਆਂ ਧੌਣਾ ਆਪਣੇ ਸੀਸ ਅੰਦਰ ਕਰਨ ਦੀ ਥਾਂ ਤੇ ਆਪਣੇ ਚਰਨ ਜਿਹੜੇ ਨੇ ਅੰਦਰ ਕੀਤੇ, ਔਰ ਜੁੱਤੀ ਵਿਖਾਈ ਚੰਗੀ ਤਰ੍ਹਾਂ। ਸੂਬਾ ਸਾਹਮਣੇ ਬੈਠਾ ਜਿਹੜਾ ਇਸ ਤਿਆਰੀ ਵਿੱਚ ਸੀ ਮੇਰੇ ਅੱਗੇ ਸੀਸ ਝੁਕਾਉਣਗੇ, ਔਰ ਸਾਰਿਆਂ ਦੇ ਹੱਥ ਇਸ ਤਰ੍ਹਾਂ ਹੀ ਰਹਿ ਗਏ, ਤਾੜੀ ਮਾਰਨ ਦਾ ਮੌਕਾ ਨਹੀਂ ਮਿਲਿਆ। ਅੰਦਰ ਗਏ ਤੇ ਕਚਹਿਰੀ ਵਿੱਚ ਭਾਵੇਂ ਕੋਈ ਸਿੱਖ ਨਹੀਂ ਦੀਦਾ, ਲੇਕਿਨ ਉਹਨਾਂ ਗੁਰੂ ਕੇ ਲਾਲਾ ਨੇ ਜਾਂਦੇ ਹੀ ਆਪਸ ਵਿੱਚ ਇੱਕ ਦੂਸਰੇ ਨੂੰ ਮੁਖਾਤਬ ਹੋ ਕੇ ਬੜੀ ਬੁਲੰਦ ਆਵਾਜ਼ ਦੇ ਵਿੱਚ ਆਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਕਚਹਿਰੀ ਗੂੰਜ ਉੱਠੀ, ਔਰ ਜਿਹੜੇ ਮੁਤੱਸਬੀ ਸਨ ਉਹਨਾਂ ਨੂੰ ਅੱਗ ਲੱਗ ਗਈ। ਉਹਨਾਂ ਵਿੱਚ ਸੁੱਚਾ ਆਨੰਦ ਕਹਿੰਦਾ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਇਹ ਸੂਬਾ ਸਰਹੰਦ ਦੀ ਕਚਹਿਰੀ ਹੈ, ਇੱਥੇ ਫਤਿਹ ਨਹੀਂ ਬੁਲਾਈ ਦੀ, ਇੱਥੇ ਝੁੱਕ ਕੇ ਸਲਾਮ ਕਰੀਦੀ ਹੈ। ਪਰ ਸਾਹਿਬਜ਼ਾਦੇ ਨੇ ਇੱਕੋ ਹੀ ਉੱਤਰ ਦਿੱਤਾ, ਸਾਚੇ ਸਾਹਿਬ ਕੋ ਸਲਾਮ ਕੀਆ ਹੈ, ਸਕੂੜੇ ਸੂਬੇ ਅੱਗੇ ਨਹੀਂ। ਇਹੀ ਸ਼ਬਦ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਜਿੱਦਣ ਨਵਾਬ ਦੌਲਤ ਖਾਨ ਦੀ ਕਹਾਣੀ ਆਈ ਸੀ, ਉੱਥੇ ਵੀ ਆਖਿਆ ਸਾਚੇ ਸਾਹਿਬ ਕੋ ਸਲਾਮ ਕੀਆ ਹੈ, ਕਿਸੇ ਝੂਠੇ ਅੱਗੇ ਨਹੀਂ ਹੋ ਸਕਦਾ। ਅੱਜ ਉਹੀ ਸ਼ਬਦ ਗੁਰੂ ਕੇ ਲਾਲਾ ਨੇ ਦੁਹਰਾ ਦਿੱਤੇ। ਗੁਰੂ ਨਾਨਕ ਦੇ ਦਰ ਦੀ ਵਿਚਾਰਧਾਰਾ ਜੋ ਉਸ ਘਰ ਦੀ ਹੈ। ਆਖਿਆ ਤੁਹਾਡੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਹੈ, ਤੁਹਾਡੇ ਭਰਾ ਮਾਰੇ ਗਏ ਨੇ। ਜਦੋਂ ਪਿਤਾ ਦੀ ਗੱਲ ਆਈ ਤੇ ਬਾਬਾ ਫਤਿਹ ਸਿੰਘ ਕਹਿੰਦੇ ਕਿਹੜਾ ਯੋਧਾ ਹੈ ਜਿਹਨੇ ਸਾਡੇ ਪਿਤਾ ਦਾ ਮੁਕਾਬਲਾ ਕੀਤਾ, ਦਿਖਾ ਤਾਂ ਸਹੀ। ਸਾਰੇ ਸਿਰ ਇੱਕ ਵਾਰ ਜਿਹੜਾ ਉਹ ਪਾਸੇ ਕਰ ਗਏ। ਫਿਰ ਹੁਣ ਉੱਥੇ ਹੀ ਜਿਹੜਾ ਆ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲੀਆ, ਸ਼ੇਰ ਮੁਹੰਮਦ ਖਾਂ ਮਲੇਰਕੋਟਲੀਆ ਉਹ ਆਇਆ, ਕਿਉਂਕਿ ਨੇੜੇ ਉਹ ਕਚਹਿਰੀ ਪੈਂਦੀ ਸੀ, ਉੱਥੇ ਕਿਸੇ ਫੈਸਲੇ ਦੇ ਸਬੰਧ ਵਿੱਚ ਉਹ ਵੀ ਪਹੁੰਚਿਆ ਸੀ। ਉਹਦੇ ਤੇ ਗੱਲ ਸੁੱਟਣੀ ਚਾਹੀ ਬਈ ਤੁਹਾਡੇ ਭਰਾ ਨਾਰ ਖਾਂ ਨੂੰ ਇਹਨਾਂ ਦੇ ਪਿਤਾ ਨੇ ਮਾਰਿਆ, ਗਨੀ ਖਾਂ ਵਰਗਿਆਂ ਨੂੰ, ਤੁਸੀਂ ਬਦਲਾ ਲੈ ਲਓ, ਤੁਹਾਡੇ ਹਵਾਲੇ ਕਰ ਦਿੰਦੇ ਆ। ਉਹਨੇ ਅੱਗੋਂ ਬੜਾ ਉੱਤਰ ਪਿਆਰਾ ਦਿੱਤਾ। ਉਹ ਕਹਿੰਦਾ ਇਹ ਨਹੀਂ ਆ ਵੀ ਮੈਨੂੰ ਗੁਰੂ ਨਾਲ ਕੋਈ ਹਮਦਰਦੀ ਆ, ਜਿੱਦਣ ਬਦਲਾ ਮੈਂ ਲਵਾਂਗਾ ਜ਼ਰੂਰ, ਮੇਰਾ ਭਰਾ ਮਰਿਆ ਹੈ, ਪਰ ਲਵਾਂਗਾ ਮਰਦਾਂ ਦੀ ਤਰ੍ਹਾਂ, ਮੈਦਾਨੇ ਜੰਗ ਵਿੱਚ ਟੱਕਰਾਂਗਾ ਗੁਰੂ ਸਾਹਿਬ ਨੂੰ, ਕਿਤੇ ਮਿਲ ਗਿਆ ਤੇ ਫਿਰ ਮੁਕਾਬਲਾ ਹੋਏਗਾ। ਲੇਕਿਨ ਇਹਨਾਂ ਬੱਚਿਆਂ ਉੱਤੇ ਜ਼ੁਲਮ ਕੀਤਾ ਜਾਏ, ਪਾਕ ਕੁਰਾਨ ਇਸਲਾਮ ਇਸ ਗੱਲ ਦੀ ਕਿਤੇ ਵੀ ਇਜਾਜ਼ਤ ਨਹੀਂ ਦਿੰਦਾ। ਤਾਂ ਕਰਕੇ ਉਹਨੇ ਜਿਹੜੇ ਸ਼ਬਦ ਵਰਤੇ, ਅੱਲਾ ਯਾਰ ਖਾਂ ਲਿਖਦਾ ਹੈ, ਕਹਿੰਦੇ ਬਦਲਾ ਹੀ ਲੈਣਾ ਹੋਗਾ ਤੋ ਲੈਂਗੇ ਬਾਪ ਸੇ, ਮਹਿਫੂਜ਼ ਰੱਖੇ ਖੁਦਾ ਹਮਕੋ ਐਸੇ ਪਾਪ ਸੇ। ਇੰਨਾ ਕਹਿ ਕੇ ਇਹਨੂੰ ਇਤਿਹਾਸ ਵਿੱਚ ਹਾ ਦਾ ਨਾਰਾ ਕਹਿੰਦੇ ਆ। ਕਹਿੰਦੇ ਇੰਨਾ ਕਹਿ ਕੇ ਉਹ ਵਾਕਆਊਟ ਕਰ ਗਿਆ, ਕਚਹਿਰੀ ਦੇ ਵਿੱਚੋਂ ਨਿਕਲ ਗਿਆ, ਆਪਣੀ ਆਵਾਜ਼ ਬੁਲੰਦ ਕੀਤੀ। ਹੁਣ ਸੁੱਚਾ ਆਨੰਦ ਨੇ ਵੇਖਿਆ ਵੀ ਸ਼ਾਇਦ ਵਜੀਦਾ ਥੋੜ੍ਹਾ ਬਾਲਾ, ਪਰ ਉਹਨੇ ਨਾਲ ਦੀ ਨਾਲ ਆਖਿਆ ਜੇ ਇਹਨਾਂ ਨੂੰ ਪੁੱਛੋ ਛੱਡ ਦਈਏ ਤੇ ਕੀ ਕਰਨਗੇ। ਤੇ ਬਾਬਾ ਫਤਿਹ ਸਿੰਘ ਜੀ ਹੋਣੀ ਕਹਿੰਦੇ ਅਸੀਂ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਫਿਰ ਸਰਹੰਦ 'ਤੇ ਆ ਕੇ ਹਮਲਾ ਕਰਾਂਗੇ ਜਿੱਥੇ ਐਡੇ ਜ਼ੁਲਮ ਹੋ ਰਿਹਾ। ਫਿਰ ਪਕੜੇ ਗਏ, ਫਿਰ ਛੁੱਟ ਗਏ, ਫਿਰ ਆਵਾਂਗੇ। ਕਹਿੰਦਾ ਕਦੋਂ ਤੱਕ ਆਉਂਦੇ ਰਹੋਗੇ? ਤੇ ਬਾਬਾ ਫਤਿਹ ਸਿੰਘ ਨੇ ਛੋਟੀ ਜਿਹੀ ਬਾਂਹ ਕੱਢ ਕੇ ਆਖਿਆ ਸੀ, ਜਿੰਨਾ ਚਿਰ ਤੇਰੇ ਇਸ ਜ਼ਾਲਮ ਵਜੀਦੇ ਦੇ ਤਲਵਾਰ ਨਾਲ 2 ਟੁਕੜੇ ਨਾ ਕਰ ਦਈਏ, ਉਹਨਾਂ ਚਿਰ ਅਸੀਂ ਚੜ੍ਹ ਕੇ ਵਾਰ-ਵਾਰ ਆਉਂਦੇ ਰਵਾਂਗੇ। ਉਹਨਾਂ ਆਖਿਆ ਜੀ ਵੇਖ ਲਓ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ,
ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। 2 ਦਿਨ ਦੀਆਂ ਕਚਹਿਰੀਆਂ, ਬੜੀ ਤਰ੍ਹਾਂ ਦੇ ਲਾਲਚ, ਬੇਗਮਾਂ ਦੇ ਡੋਲੇ, ਜ਼ਿੰਦਗੀ, ਆ ਕੁਝ ਆਖਿਆ ਤੁਹਾਨੂੰ ਕੀ ਮਿਲੇਗਾ, ਮਿਟ ਜਾਓਗੇ। ਤੇ ਅੱਗੋਂ ਸਾਹਿਬਜ਼ਾਦਿਆਂ ਦਾ ਉੱਤਰ ਸੀ, ਸੱਚ ਕੋ ਮਿਟਾਓਗੇ तो मिटोगे जहान से, डरता नहीं अकाल किसी शहनशाह की शान से, उपदेश अपना सुन लो जरा दिल के कान से, हम कह रहे हैं तुमको खुदा की जुबान से। ਉਹਨਾਂ ਆਖਿਆ ਅਜੇ ਵੀ ਮੰਨ ਜਾਓ, ਤੁਹਾਨੂੰ ਔਰੰਗਜ਼ੇਬ ਤੋਂ ਬਹੁਤ ਕੁਝ ਮਾਫੀ ਦਵਾ ਸਕਦੇ ਹਾਂ, ਬੜਾ ਕੁਝ ਮਿਲੇਗਾ, ਨਿਆਂ ਹੋਏਗਾ। ਸਾਹਿਬਜ਼ਾਦਿਆਂ ਦਾ ਉੱਤਰ ਸੀ, ਕਿਹੜਾ ਔਰੰਗਜ਼ੇਬ? ਜਿਹੜਾ ਆਪਣੇ ਬਾਪ ਨੂੰ ਕੈਦ ਕਰਦਾ ਆ, ਜਿਹਦੇ ਵਾਸਤੇ ਆਪਣੇ ਭਰਾਵਾਂ ਦਾ ਕਤਲ ਇੱਕ ਮਾਮੂਲੀ ਜਿਹਾ ਸ਼ਿਕਾਰ ਹੋਵੇ। ਤੇ ਕਹਿੰਦੇ ਫਿਰ ਉਹਦੇ ਨਾਲ ਨਾਲ ਨੇਕੀ ਦੀ ਖਲਕਤ ਨੂੰ ਉਹਦੇ ਤੋਂ ਕੀ ਉਮੀਦ ਹੋ ਸਕਦੀ, ਜਿਹੜਾ ਕੁਰਾਨ ਵੀ ਪੜ੍ਹਦਾ ਆ, ਪਾਕ ਕੁਰਾਨ ਦੀ ਤਲਾਵਤ ਵੀ ਕਰਦਾ ਹੈ, ਤੇ ਫਿਰ ਉਹਦੇ ਤੋਂ ਬਾਅਦ ਆਪਣੇ ਬਾਪ ਨੂੰ ਵੀ ਕੈਦ ਕਰਦਾ। ਉੱਥੇ ਸਾਹਿਬਜ਼ਾਦਿਆਂ ਦਾ ਜਿਹੜਾ ਜਵਾਬ ਸੀ, ਪੜ੍ਹ ਕੇ ਕੁਰਾਨ ਬਾਪ ਕੋ ਜੋ ਕਰਤਾ ਕੈਦ ਹੋ, ਕਹਿੰਦੇ ਪੜ੍ਹ ਕੇ ਕੁਰਾਨ ਕੋ ਜੋ ਕਰਤਾ ਬਾਪ ਕੋ ਕਰਤਾ ਜੋ ਕੈਦ ਹੋ, ਮਰਨਾ ਪਿਤਾ ਕਾ ਜਿਸ ਕੋ ਖੁਸ਼ੀ ਕੀ ਨਾਵੇਦ ਹੋ। ਵੀ ਆਪ ਜਿੱਦਣ ਉਹਦਾ ਬਾਪ ਮਰਿਆ, ਉਹ ਕਹਿੰਦਾ ਸੀ ਇਹ ਬੜੀ ਖੁਸ਼ੀ ਦੀ ਖਬਰ ਸੁਣਾਈ ਅੱਜ ਮੈਨੂੰ। ਕਤਲੇ ਬਿਰਾਦਰਾਂ ਜਿਸੇ ਮਾਮੂਲੀ ਸੈਦ ਹੋ, ਜਿਹਦੇ ਵਾਸਤੇ ਭਰਾਵਾਂ ਨੂੰ ਮਾਰਨਾ ਮਾਮੂਲੀ ਜਿਹਾ ਸ਼ਿਕਾਰ ਹੋਵੇ। ਨੇਕੀ ਕੀ ਉਸੇ ਖਲਕ ਕੋ ਫਿਰ ਕਿਆ ਉਮੀਦ ਹੋ, ਕਹਿੰਦੇ ਉਹਦੇ ਤੋਂ ਫਿਰ ਖਲਕਤ ਨੂੰ ਜਿਹੜਾ ਆ ਭਾਵ ਪਰਜਾ ਨੂੰ ਨੇਕੀ ਦੀ ਕੀ ਉਮੀਦ ਹੋ ਸਕਦੀ ਵੀ ਉਹ ਕਿਸੇ ਦੇ ਨਾਲ ਨਿਆਂ ਕਰੇਗਾ। ਇਹੋ ਜਿਹੇ ਮਨੁੱਖ ਦੇ ਕੋਲੋਂ ਕਹਿੰਦੇ ਕੋਈ ਉਮੀਦ ਨਹੀਂ ਹੋ ਸਕਦੀ ਵੀ ਉਹ ਕਿਸੇ ਨਾਲ ਨਿਆਂ ਕਰਦਾ, ਉਹ ਤਾਂ ਬੇਨਿਆਈਆਂ ਕਰਨ ਵਾਲਾ। ਹੁਣ ਤੀਸਰੇ ਦਿਨ ਦੀ ਕਚਹਿਰੀ ਤੋਂ ਬਾਅਦ ਵੀ ਅੱਜ ਮਾਤਾ ਨੇ ਜਦੋਂ ਤੋਰਿਆ ਨਾ, ਪਤਾ ਸੀ ਕਿ ਫਤਵਾ ਦੂਸਰੇ ਦਿਨ ਵਿੱਚ ਜਦੋਂ ਇਹ ਕਚਹਿਰੀਆਂ ਵਿੱਚ ਹੋ ਚੁੱਕਾ ਕਿ ਨੀਹਾਂ ਵਿੱਚ ਚਿਣ ਦਿੱਤਾ ਜਾਣਾ। ਅੱਜ ਮਾਂ ਨੇ ਸਵੇਰੇ ਉਠਾਇਆ। 2 ਦਿਨ ਬਾਬੇ ਮੋਤੀ ਰਾਮ ਮਹਿਰੇ ਨੇ ਦੋਨੇ ਰਾਤਾਂ ਸੇਵਾ ਕੀਤੀ ਆ, ਔਰ ਮਾਤਾ ਨੇ ਆਖਿਆ ਵੀ ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਪਿਆਇਆ। ਉਹਨੂੰ ਅਸੀਸਾਂ ਦਿੱਤੀਆਂ ਮਾਤਾ ਜੀ ਨੇ। ਕਹਿੰਦੇ ਹੁਣ ਜਦੋਂ ਅੱਜ ਮਾਤਾ ਨੂੰ ਪਤਾ ਤੋਰਨਾ ਤੇ ਪਰਤ ਕੇ ਸਾਹਿਬਜ਼ਾਦਿਆਂ ਨੇ ਨਹੀਂ ਆਉਣਾ, ਕਹਿੰਦੇ ਮਾਤਾ ਨੇ ਸਵੇਰੇ ਉਠਾਇਆ ਤੇ ਬੋਲ ਸਨ, ਆਓ ਜਾने से पहले गले से लगा तो लूँ, केशों को कंघी करूँ, मुँह धुला तो लूँ, प्यारे से सरों पे नन्ही सी कलगी सजा तो लूँ, मरने से पहले तुमको दुल्हा बना तो लूँ। ਕਹਿੰਦੇ ਇਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਮਾਤਾ ਤਿਆਰ ਕਰ ਲਈ ਤੇ ਜਿਵੇਂ ਗੁਜ਼ਰੇ ਜੀ ਯਾਦ ਆ ਜਾਂਦੇ ਨਾ, ਖੁਸ਼ੀ ਵਿੱਚ ਗਮੀ ਵਿੱਚ। ਅੱਜ ਮਾਤਾ ਗੁਜਰੀ ਜੀ ਨੂੰ ਆਪਣੀ ਧੀਆਂ ਵਰਗੀ ਨਹੁੰ ਰਾਣੀ ਮਾਤਾ ਜੀਤੋ ਜੀ ਚੇਤੇ ਆ ਗਏ, ਜਿਹੜੀ 2 ਸਾਲ ਦੇ ਬਾਬਾ ਫਤਿਹ ਸਿੰਘ ਨੂੰ ਮਾਤਾ ਗੁਜਰੀ ਜੀ ਦੀ ਝੋਲੀ ਪਾ ਆਪ ਅਕਾਲ ਚਲਾਣਾ ਕਰ ਗਏ ਸਨ। ਤੇ ਉੱਥੇ ਸੋਹਣ ਸਿੰਘ ਸੀਤਲ ਹੋਣਾ ਨੇ ਸ਼ਬਦ ਲਿਖੇ ਆ। ਉਹ ਕਹਿੰਦੇ ਮਾਤਾ ਜੀ ਇਸ ਤਰ੍ਹਾਂ ਕਹਿ ਰਹੇ ਸਨ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ, ਦੇਖ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ, ਸਿਹਰੇ ਕਿੰਨੇ ਲੱਗਦੇ ਇਸ ਉਮਰ ਪਿਆਰੇ, ਟੁੱਟਣਗੇ ਅੱਜ ਅੰਬਰੋਂ 2 ਨਿਰਮਲ ਤਾਰੇ, ਕਹਿੰਦੇ ਸਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ। ਕਹਿੰਦੇ ਹੁਣ ਮਾਤਾ ਜੀ ਹੋਣੀ ਜਦੋਂ ਸਾਹਿਬਜ਼ਾਦੇ ਤੁਰੇ ਨਾ, ਤੈਨੂੰ ਵੀ ਸੋਹਣ ਸਿੰਘ ਸੀਤਲ ਲਿਖਦੇ ਆ, ਤੁਰ ਪੈ ਦੋਵੇਂ ਲਾਡਲੇ ਜਾਂ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ। ਕਹਿੰਦੇ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਬਹੁਤੀ ਦੇਰ ਨਾ ਲਾਇਓ, ਅਸੀਂ ਕਿਤੇ ਔਸੀਆਂ ਪਾ ਪਾ ਕੇ ਥੱਕ ਨਾ ਜਾਈਏ। ਕਹਿੰਦੇ ਮਾਤਾ ਜੀ ਬਹੁਤੀ ਦੇਰ ਨਾ ਲਾਉਣੀ, ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁੱਸ ਜੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਮਿੰਨਤਾਂ ਕਰ ਕਰ ਅੰਮੀਏ ਫਿਰ ਪਊ ਮਨਾਉਣਾ, ਤੇਰੇ ਬਾਝੋਂ ਮਾਂ ਸੱਚਖੰਡ ਨਾ ਪਾਉਣਾ। ਤੇ ਮਾਤਾ ਗੁਜਰੀ ਦਾ ਜਵਾਬ ਸੀ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਵਾਂ, ਜਿੱਧਰ ਉੱਡਦੇ ਹੰਸ ਉੱਧਰ ਜਾਂਦੀਆਂ ਛਾਵਾਂ, ਵੇ ਲੋਕੋ ਤੋਰ ਘਰ ਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾਂ। ਮਾਤਾ ਜੀ ਨੇ ਤੋਰਿਆ, ਸਾਹਿਬਜ਼ਾਦੇ ਕਚਹਿਰੀ ਵਿੱਚ ਗਏ ਨੇ। ਫਿਰ ਉਹੀ ਰਾਗ ਲਾਪਿਆ ਗਿਆ, ਇਸਲਾਮ ਕਬੂਲ ਕਰ ਲਓ, ਬੇਗਮਾਂ ਦੇ ਡੋਲੇ ਆ ਕੁਝ ਐਸਾ। ਇਹਨਾਂ ਕਹਿੰਦੇ ਤੁਹਾਨੂੰ ਮਿਲੇਗਾ ਕੀ? ਤੇ ਸਾਹਿਬਜ਼ਾਦਿਆਂ ਦਾ ਜਵਾਬ ਸੀ, ਹਮ ਜਾਨ ਦੇ ਕਰ ਔरों की जाने बचा चले, सिक्खी की नींव हम है सरों पे उठा चले, गुरियाई का किस्सा जहां में बना चले, सिंहों की सल्तनत का पौधा लगा चले, गद्दी ताजो तख्त बस अब कौम पाएगी,
दुनिया से जालिमों का निशान तक मिटाएगी। ये शब्द सन। हुक्म हो गया ਨੀਹਾਂ ਵਿੱਚ ਚਿਣ ਦਿੱਤਾ ਜਾਏ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਿਲਾਰਿਆ ਗਿਆ। ਇੱਟਾਂ ਜਿਹੜੀਆਂ ਨੇ ਉਹ ਚਿੰਨੀਆਂ ਸ਼ੁਰੂ ਹੋਈਆਂ। ਔਰ ਜਿਸ ਵਕਤ ਇਹ ਕੁਝ ਹੋਇਆ ਨਾ, ਇਹਨੂੰ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਹੈ। ਉਹ ਕਹਿੰਦਾ ਦੀਵਾਰ ਕੇ ਦਬਾਓ ਸੇ, ਕਿਉਂਕਿ ਜਦੋਂ ਜਿਵੇਂ ਜਿਵੇਂ ਘੁੱਟਿਆ ਜਾ ਰਿਹਾ ਤਾਂ ਸਵਾਸ ਜਿਹੜੇ ਨੇ ਘੁੱਟੇ ਜਾ ਰਹੇ ਨੇ। ਦੀਵਾਰ ਕੇ ਦਬਾਓ ਸੇ ਜਬ ਹਬਸੇ ਦਮ ਹੁਆ, दौराने खून रुकने लगा, सांस कम हुआ, फरमाए दोनों हम पे बेजाहर सितम हुआ। कहते साहबजादे बचन जेड़े वो कर रहे सन, बातन में पंथ पे जे खुदा का कर्म हुआ। कहते तां खुदा दा जेड़ा रहमत हो रही है। उन्हें आख्या अजे भी वेख लो तुहाडियां जिंदगियां बच जाणियां, बड़ा लंबा समा है। पर साहबजादियां दा जवाब सी 100 साल जिਉਂ के भी तो आखिर नूं मरना है। फिर बेगैरत दी बेअणखी जिंदगी क्यों? 7 साल और जी के भी मरना जरूर था, सर कौम से बचाना ये गैरत से दूर था। और इट्टां चिणियां गईयां, ठोडी तक ईंटें चिंदी गई, मुंह तक आ गई, बीनी को ढांपते ही आंखों पे छा गई, लखते जिगर गुरु के वो दोनों छपा गई। कहंदे हर चांद सी जबी को गरैन सा लगा गई। और जदों चिण दित्तियां गईयां ना दीवारां इस तरीके दे नाल, तां कहंदे फिर उत्थे साहिबजादे नूं चिण के ते जदों तुरन लगे ना, सारे ते कंध पाट गई। साहिबजादे बेहोश हो के डिगे। ਇਹਦੇ ਤੋਂ ਬਾਅਦ फिर उन्होंने थोड़ा बहुत होश च लिया के फिर पुछया गया। फिर जवाब उही सी। उत्थे फिर शाशल बेग ते बाशल बेग, ये 2 समाणे दे रहण वाले है भी ਜਿਹੜਾ ਕਰਮ ਆ ਉਹ ਜਲਾਦਾਂ ਵਾਲਾ ਹੀ ਕਰਦੇ ਸਨ। ਉਹਨਾਂ ਦਾ ਕੋਈ ਮਸਲਾ ਸੀ। ਉਹਨਾਂ ਨੂੰ ਆਖਿਆ ਤੁਸੀਂ ਇਹਨਾਂ ਨੂੰ ਫਿਰ ਖਤਮ ਕਰੋ, ਕਤਲ ਕਰ ਦਿਓ ਤੇ ਤੁਹਾਡੀ ਜਾਨ ਬਖਸ਼ੀ। ਉੱਥੇ ਫਿਰ ਇਹ ਸ਼ਬਦ ਲਿਖੇ ਗਏ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਜੀ ਭੰਗੂ ਹੋਣਾ ਨੇ ਵੀ, ਔਰ ਹੋਰ ਗ੍ਰੰਥਾਂ ਅੰਦਰ ਵੀ ਸਾਨੂੰ ਮਿਲਦਾ ਹੈ ਕਿ ਦੋਨਾਂ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਉਹਨਾਂ ਦੇ ਹੱਥ ਜਿਹੜੇ ਨੇ ਬਾਹਾਂ ਗੋਡਿਆਂ ਥੱਲੇ ਲੈ ਕੇ ਤੇ ਉਹਨਾਂ ਨੇ ਉਹਨਾਂ ਦੀ ਸ਼ਾਹ ਰਗ ਦੇ ਉੱਤੇ ਜਦੋਂ ਨਸ਼ਤਰ ਚਲਾਇਆ ਨਾ, ਤੇ ਉੱਥੇ ਸ਼ਬਦ ਲਿਖਿਆ ਆ, ਕਹਿੰਦੇ जोरावर सिंह के प्राण खंडे के साथ बेग छूट गए। कहते जदों बाबा जोरावर सिंह दे वार कीता ते वो छेती उन्हां दे सवास निकल गए, भाव के शाह रग ते हो गया। कहते जोरावर सिंह के प्राण खंडे के साथ बेग छूट गए, फतेह सिंह जी आधी घड़ी चरण मारते रहे। लेकिन बाबा फतेह सिंह जी 12 ਤੋਂ 13 ਮਿੰਟ ਜ਼ਖਮ ਛੋਟਾ ਹੋਇਆ, ਹੌਲੀ ਹੌਲੀ ਕਹਿੰਦੇ ਉਹਨਾਂ ਦੇ ਚਰਨ ਹਿਲਦੇ ਰਹੇ। 12 ਤੋਂ 13 ਮਿੰਟ ਬਾਅਦ ਜਾ ਕੇ ਸਰੀਰ ਸ਼ਾਂਤ ਹੋਇਆ। ਸ਼ਹਾਦਤ ਜਿਹੜੀ ਉਹ ਨੀਹਾਂ ਦੇ ਵਿੱਚ ਹੀ ਹੈ, ਇਹ ਅਖੀਰਲੀ ਕਿਰਿਆ ਸੀ। ਔਰ ਮਹਾਰਾਜ ਨੇ ਕਿਉਂਕਿ ਜ਼ਫਰਨਾਮੇ ਦੇ ਅੰਦਰ ਇਹ ਲਿਖਿਆ ਆ, ਚੇ ਸ਼ੁੱਧ ਕੀ ਹੋਇਆ ਕਿ ਚੂੰ ਬਚਗਾ ਕੁਛ ਤਹਿਚਾਰ, ਮੇਰੇ 4 ਬੱਚੇ ਜਿਹੜੇ ਨੇ ਕੋਹ ਕੇ ਸ਼ਹੀਦ ਕਰ ਦਿੱਤੇ ਗਏ ਕਿ ਬਾਕੀ ਬੇਮਾਂ ਦਸਤ ਪੇਚੀ ਦਾ ਮਾਰ। ਪਿੱਛੇ ਮੇਰਾ ਤੂੰ ਮੇਰੇ ਪੁੱਤਰਾਂ ਨੂੰ ਸਪੋਲੀਏ ਆਖਿਆ, ਪਿੱਛੇ ਖਾਲਸਾ ਕੁੰਡਲੀਆ ਸੱਪ ਬੈਠਾ ਹੈ। ਕਹਿੰਦੇ ਚੇ ਮਰਦੀ ਕਿ ਅਖਗਰ ਖਾਮੋਸ਼ਾ ਕੁਨੀ ਕਿ ਆਤਸ਼ ਦਮਾਰਾ ਫਰੋਜ਼ਾ ਕੁਨੀ। 4 ਚੰਗਿਆੜੀਆਂ ਬੁਝਾ ਕੇ ਸਮਝਦਾ ਹੈ ਕਿ ਮੈਂ ਬਹੁਤ ਵੱਡਾ ਮਾਰਕਾ ਮਾਰ ਲਿਆ, ਪਰ ਮੇਰਾ ਖਾਲਸਾ ਤੇਰੇ ਪੈਰਾਂ ਥੱਲੇ ਅੱਗ ਬਾਲ ਦੇਗਾ ਔਰ ਤੇਰੇ ਤੋਂ ਖਲੋਤਾ ਨਹੀਂ ਜਾਏਗਾ। ਮਾਂ ਗੁਜਰੀ ਨੂੰ ਪਤਾ ਲੱਗਾ, ਉਹ ਵੀ ਧਿਆਨ ਵਿੱਚ ਬੈਠੇ ਮਾਲਕ ਦੀ ਯਾਦ ਦੇ ਵਿੱਚ ਅਰਾਧਨਾ ਵਿੱਚ, ਉੱਥੇ ਹੀ ਸਵਾਸ ਮਾਤਾ ਗੁਜਰੀ ਨੇ ਵੀ ਤਿਆਗ ਦਿੱਤੇ। ਹੁਣ ਦੀਵਾਨ ਟੋਡਰ ਮਲ ਕਿਤੇ ਬਾਹਰ ਗਿਆ ਸੀ, ਪਤਾ ਲੱਗਾ, ਉਹਨੇ ਆਖਿਆ ਮੈਂ ਸੰਸਕਾਰ ਕਰਾਂਗਾ ਸਾਹਿਬ ਜੀ, ਕਿਉਂਕਿ ਉਹਨਾਂ ਨੇ ਸਰੀਰ ਜਿਹੜੇ ਸਨ ਇਸ ਤਰ੍ਹਾਂ ਸੁੱਟ ਦਿੱਤੇ ਵੀ ਬੇਅਦਬੀ ਹੋਵੇ। ਲਹਿੰਦੇ ਪਾਸੇ ਇੱਕ ਦਰਿਆ ਸੀ, ਨਾਲਾ ਸੀ, ਉਹਦੇ ਉੱਤੇ ਸੁੱਟੇ ਸਨ ਵੀ ਇਹਨਾਂ ਨਾਲ ਕੋਈ ਹਮਦਰਦੀ ਨਹੀਂ, ਇੱਥੇ ਪੈ ਰਹਿੰਦੇ ਹੋ ਬੇਅਦਬੀ ਹੋਵੇ। ਲੇਕਿਨ ਉਹਨੇ ਜਾ ਕੇ ਪੇਸ਼ ਆਖਿਆ ਵੀ ਧਰਤੀ ਜਿਹੜੀ ਹੈ ਤੈਨੂੰ, ਜੇ ਤੂੰ ਸੰਸਕਾਰ ਕਰਨਾ ਹੈ ਨਾ, ਤੇ ਤੈਨੂੰ ਉਹਦੇ ਵਾਸਤੇ ਉਨੀ ਧਰਤੀ ਤੇ ਮੋਹਰਾਂ ਵਿਛਾਉਣੀਆਂ ਪੈਣਗੀਆਂ ਜਿੰਨੀ ਜਗ੍ਹਾ ਤੂੰ ਲੈਣੀ ਚਾਹਣਾ। ਉਹਨੇ ਆਖਿਆ ਮੈਨੂੰ ਮਨਜ਼ੂਰ ਹੈ, ਮੈਂ ਆਪਣਾ ਆਪਾ ਵੇਚ ਕੇ ਵੀ ਇਹ ਕੁਝ ਕਰਾਂਗਾ। ਤਾਂ ਉਹਨੇ ਉਹ ਜਗ੍ਹਾ ਤੇ ਮੋਹਰਾਂ ਵਿਛਾ ਦਿੱਤੀਆਂ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕਰਦੇ ਹੋ। ਲਾਲਚ ਆ ਗਿਆ ਵਜੀਦਾ, ਉਹਨੇ ਆਖਿਆ ਐ ਨਹੀਂ, ਸਿੱਧੀਆਂ ਖੜੀਆਂ ਕਰਕੇ ਖੜੇ ਰੋਕ ਮੋਹਰਾਂ। ਔਰ ਉੱਥੇ 78,000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਦੇ ਵਿੱਚ ਜਿੱਥੇ ਸਾਹਿਬਜ਼ਾਦੇ ਵਿਚਾਲੇ ਮਾਤਾ ਗੁਜਰ ਕੌਰ
ਉਹਨਾਂ ਦੇ ਸੱਜੇ ਬਾਬਾ ਜੋਰਾਵਰ ਸਿੰਘ, ਖੱਬੇ ਬਾਬਾ ਫਤਿਹ ਸਿੰਘ। ਕਿਤੇ ਸੋਚਿਓ ਜਿਵੇਂ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਸੱਜੇ ਖੱਬੇ ਲੈ ਕੇ ਸੌਂਦੇ ਹੋ, ਇਸ ਤਰ੍ਹਾਂ ਮਾਤਾ ਜੀ ਹੋਣਾ ਦੇ ਸਰੀਰ ਨੂੰ ਉਹ, ਕਿਉਂਕਿ ਬਹੁਤੇ ਸਰੀਰ ਨਹੀਂ ਮਿਲ ਸਕੇ ਸੰਸਕਾਰ ਦੇ ਲਈ, ਬਾਬਾ ਮੋਤੀ ਰਾਮ ਮਹਿਰਾ ਚੋਰੀ ਛੁਪੇ ਥੋੜ੍ਹਾ ਬਹੁਤ ਨਾਲ, ਭਾਈ ਟੋਡਰਮਲ ਨੇ ਆਪਣੇ ਇੱਕ ਭਰਾ ਨੂੰ, ਇੱਕ ਹੋਰ ਜਿਹੜਾ ਸਰੀਰ 3 ਤੋਂ 4 ਸਰੀਰ ਲੈ ਕੇ ਤੇ ਨਾਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲੇ ਸਥਾਨ 'ਤੇ ਪਹੁੰਚੇ। ਉੱਥੇ ਫਿਰ ਰੱਖ ਕੇ ਉਹਨੇ ਉਸ ਵਕਤ 78,000 ਮੋਹਰਾਂ, ਔਰ ਇਹਨੂੰ ਦੁਨੀਆ ਦੇ ਕੁਝ ਅੰਕੜਾਕਾਰਾਂ ਨੇ ਇਹਦਾ ਅਰਬਾਂ ਖਰਬਾਂ ਦੇ ਵਿੱਚ ਧਨ ਬਣਾਇਆ, ਔਰ ਇਹਨੂੰ ਆਖਿਆ ਕਿ ਦੁਨੀਆ ਦੀ ਸਭ ਨਾਲੋਂ ਮਹਿੰਗੀ ਜਗ੍ਹਾ। ਪਰ ਅਸਲ ਵਿੱਚ ਇਹ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਜਿੱਥੇ ਗੁਰੂ ਕੇ ਲਾਲ ਮਾਤਾ ਗੁਜਰ ਕੌਰ ਹੈ, ਉਸ ਧਰਤੀ ਦੀ ਤਾਂ ਧਨ ਨਾਲ ਕੀਮਤ ਹੀ ਨਹੀਂ ਪਾਈ ਜਾ ਸਕਦੀ। ਇਹ ਦੁਨਿਆਵੀ ਤਰੀਕੇ। ਔਰ ਉਸ ਗੁਰੂ ਕੇ ਪਿਆਰੇ ਨੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਉਹਨਾਂ ਦਾ ਸੰਸਕਾਰ ਕੀਤਾ, ਜੋ ਆਪਾਂ ਅਸਥਾਨ ਅੱਜ ਗੁਰਦੁਆਰਾ ਜੋਤੀ ਸਰੂਪ ਦੇ ਦਰਸ਼ਨ ਕਰਦੇ हैं। और अल्लाह यार खां जोगी ने अखीर ते लिखा, जोगी जी इसके बाद हुई थोड़ी देर थी, बस्ती सरहंद शहर की ईंटों का ढेर थी। उत्थे बाबा बंदा सिंह बहादुर ने फिर ਚੱਪੜ ਚਿੜੀ ਦੇ ਮੈਦਾਨ ਵਿੱਚ ਵਜੀਦੇ ਵਰਗਿਆਂ ਦੇ ਔਰ ਉਹਦੇ ਟੁਕੜੇ ਵੀ ਦਿਓਏ ਤੇ ਕੀਤੇ ਵੀ ਭਾਈ ਫਤਿਹ ਸਿੰਘ ਨੇ, ਔਰ ਉਹਨਾਂ ਨੇ 2 ਨਿਸ਼ਾਨ ਚੁਲਾ ਕੇ ਸਰਹੰਦ ਤੇ ਫਿਰ ਫਤਿਹਗੜ੍ਹ ਸਾਹਿਬ ਨਾਮ ਰੱਖਿਆ। ਔਰ ਇਸ ਧਰਤ ਦੇ ਉੱਤੇ ਬਾਅਦ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ, ਜਿਨ੍ਹਾਂ ਨੇ ਖੋਤਿਆਂ ਮਗਰ ਹਲ ਪਾ ਕੇ ਹਲ ਵਾਹਿਆ ਤੇ ਸਾਰੀ ਸੰਗਤ ਕਹਿੰਦੀ ਸੀ ਗੁਰੂ ਮਾਰੀ ਸਰਹੰਦ, ਇੱਥੇ ਲੋਹੇ ਦਾ ਸੁਹਾਗਾ ਫਿਰਨਾ ਚਾਹੀਦਾ। ਔਰ ਵਾਕਈ ਲੋਹੇ ਦਾ ਸੁਹਾਗਾ ਫਿਰਿਆ। ਜਦੋਂ ਕੋਲੋਂ ਲਾਈਨ ਨਿਕਲੀ, ਠੇਕੇਦਾਰ ਨੇ ਇਜਾਜ਼ਤ ਲੈ ਕੇ ਜਿੰਨਾ ਸਰਹੰਦ ਦਾ ਮਲਬਾ ਸੀ ਉਹ ਲਾਈਨ ਦੇ ਥੱਲੇ ਪਿਆ। ਔਰ ਰੋਜ਼ ਹੁਣ ਜਿੰਨੀ ਵਾਰ ਟ੍ਰੇਨ ਲੰਘਦੀ ਲੋਹੇ ਦਾ ਸੁਹਾਗਾ ਫਿਰਦਾ। ਕਚਹਿਰੀਆਂ ਲਾਉਣ ਵਾਲਿਆਂ ਦਾ ਨਾਸ਼ ਹੋ ਗਿਆ, ਲੇਕਿਨ ਸਾਹਿਬਜ਼ਾਦੇ ਅੱਜ ਵੀ ਉਸ ਧਰਤ ਦੇ ਉੱਤੇ ਉਸੇ ਤਰ੍ਹਾਂ ਉਹ ਸ਼ਾਨਾਂ ਜਿਹੜੀਆਂ ਨੇ ਉਸੇ ਢੰਗ ਦੇ ਨਾਲ ਹੀ ਆਪਾਂ ਦੇਖਦੇ ਹਾਂ। ਸਤਿਗੁਰੂ ਦਇਆ ਕਰੇ, ਮਹਾਰਾਜ ਦੇ ਇਹਨਾਂ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਪੜ੍ਹਦਿਆਂ ਸੁਣਦਿਆਂ ਜਿੱਥੇ ਸਾਡੇ ਅੰਦਰ ਉਹ ਸਿੱਖੀ ਦੀ ਭਾਵਨਾ ਪੈਦਾ ਹੋਵੇ, ਉੱਥੇ ਗੁਰੂ ਕੀਆਂ ਸੀਸਾਂ ਬਾਣੀ ਬਾਣੇ ਨਾਲ ਜੁੜੀਏ ਔਰ ਗੁਰੂ ਕੇ ਲਾਲ ਧੀਆਂ ਪੁੱਤਰ ਹੋ ਕੇ ਜੀਵੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਆਂ ਕਥਾ ਕਹਾਣੀਆਂ